Good morning, students. This is Sandeep Kaur, your social science teacher, and today our topic is Stalinism and collectivization. Stalinism, ਤੁਸੀਂ ਦੇਖ ਸਕਦੇ ਹੋ ਛੋਟੀ ਜੀ ਪਿਕਚਰ ਦਿੱਤੀ ਹੋਈ ਕਾਰਨਰ ਦੇ ਵਿੱਚ। ਇਹ ਮਿਸਟਰ ਸਟਾਲਿਨ ਨੇ ਜਿਹੜੇ ਕਿ ਵਲਾਦੀਮੀਰ ਲੈਨਿਨ ਜਿਹੜੇ ਕਿ ਜਿਨ੍ਹਾਂ ਨੇ ਅਕਤੂਬਰ ਰੈਵੋਲੂਸ਼ਨ ਕੀਤਾ ਹੈਗਾ ਔਰ ਟੇਕ ਓਵਰ ਕਰ ਲਿਆ ਸਾਰੇ ਦੇ ਸਾਰੇ ਜਿਹੜੀ ਪਾਵਰ ਹੈਗੀ, ਉਹ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਹੈ ਦੈਨ ਬੇਟਾ ਉਸ ਤੋਂ ਬਾਅਦ ਜਿਹੜੇ ਹੈਡ ਬਣਦੇ ਨੇ ਰਸ਼ੀਆ ਦੇ ਉਹ ਇਹ ਨੇ ਔਰ ਇਹਨਾਂ ਦਾ ਨਾਮ ਸੀਗਾ ਸਟਾਲਿਨ। ਠੀਕ ਹੈ, ਜੋ ਵੀ ਇਹਨਾਂ ਦੇ ਅੰਡਰ ਕੰਮ ਹੋਏ ਜਾਂ ਉਹ ਸਿਰਾ ਨੂੰ ਜਿਹੜਾ ਕਿ ਇਹਨਾਂ ਦੇ ਅੰਡਰ ਰਸ਼ੀਆ ਰਿਹਾ ਉਹਨੂੰ ਸਟਾਲਿਨਿਜ਼ਮ ਕਿਹਾ ਜਾਂਦਾ ਹੈ। ਔਰ ਸਭ ਤੋਂ ਮੇਨ ਜਿਹੜੀ ਪਾਲਿਸੀ ਇਹਨਾਂ ਨੇ ਅਡੋਪਟ ਕੀਤੀ ਜਾਂ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਦੈਟ ਵਾਸ ਕਲੈਕਟਿਵਾਈਜੇਸ਼ਨ। ਠੀਕ ਹੈ, ਸੋ ਕਹਿੰਦੇ ਕਿ ਜਿਹੜੇ ਪਲੈਨਡ ਇਕੋਨਮੀ ਹੈਗੀ ਉਹਦੇ ਵਿੱਚ ਜਿਹੜੇ ਹੈਗੇ डिसास्टर ਸੀਗੇ डिसास्टर ऑफ द कलैक्टिवाइजेशन ऑफ एग्रीकल्चर। ठीक है, ਜਿਹੜੀ ਪਹਿਲੇ ਹੌਲੀ ਹੌਲੀ ਜਦੋਂ ਇਕੋਨਮੀ ਨੂੰ ਸਟਾਰਟ ਕੀਤਾ ਗਿਆ ਉਹਦੇ ਵਿੱਚ ਇੱਕ ਪਲਾਨ ਬਣਾਇਆ ਗਿਆ ਕਿ ਜਿਹੜੀ ਐਗਰੀਕਲਚਰ ਆ ਉਹਨੂੰ ਕਲੈਕਟਿਵਾਈਜ਼ ਕਰ ਦਿੱਤਾ ਜਾਏ। ਕਲੈਕਟਿਵਾਈਜੇਸ਼ਨ ਕੀ ਹੁੰਦੀ ਆ ਆਪਾਂ ਡਿਸਕਸ ਕਰਾਂਗੇ। ਠੀਕ ਹੈ, 1927 to 28 ਕਹਿੰਦੇ ਜਿਹੜੇ ਰਸ਼ੀਆ ਦੇ ਵਿੱਚ ਜਿਹੜੇ ਸ਼ਹਿਰ ਹੀਗੇ ਲੋਕ ਹੀਗੇ ਉਹ ਕਾਫੀ ਜ਼ਿਆਦਾ ਉਹਨਾਂ ਨੂੰ ਗ੍ਰੇਨ ਸਪਲਾਈ ਦੀ ਕਾਫੀ ਪ੍ਰੋਬਲਮ ਆ ਰਹੀ ਸੀ, ਯਾਨੀ ਕਿ ਉਹਨਾਂ ਕੋਲ ਅਨਾਜ ਜਿਹੜਾ ਸੀ ਉਹਦੀ ਕਾਫੀ ਕਮੀ ਹੈਗੀ। ਗਵਰਨਮੈਂਟ ਜਿਹੜੀ ਹੈਗੀ ਉਹਨਾਂ ਨੇ ਫਿਕਸ ਕਰ ਦਿੱਤੇ ਸਾਰੇ ਦੇ ਸਾਰੇ ਗ੍ਰੇਨ ਦੇ ਰੇਟ। ਠੀਕ ਹੈ, ਤਾਂ ਕਿ ਕੋਈ ਵੀ ਜਿਹੜਾ ਪਰਸਨ ਹੈ ਕਿਸੇ ਚੀਜ਼ ਨੂੰ ਮਹਿੰਗੀ ਨਾ ਵੇਚ ਸਕੇ। ਸੋ ਇੱਕਦਮ ਜਿਹੜੇ ਸਾਰੇ ਦੇ ਸਾਰੇ ਰੇਟ ਸੀਗੇ ਫਿਕਸ ਕਰ ਦਿੱਤੇ ਗਏ। ਔਰ ਨੈਕਸਟ ਸੀਗਾ ਬੇਟਾ ਕਿ ਜਿਹੜੇ ਪੀਜ਼ੈਂਟਸ ਸੀਗੇ ਬਟ ਉਹਨਾਂ ਨੇ ਇਹਨਾਂ ਫਿਕਸ ਰੇਟਸ ਦੇ ਉੱਤੇ ਜਿਹੜਾ ਸੀਗਾ ਉਹ ਆਪਣੀ ਫਸਲ ਵੇਚਣ ਤੋਂ ਨਾ ਕਰ ਦਿੱਤੀ। ਠੀਕ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਹੈਗਾ ਕਿ ਜਿਹੜੇ ਕਈ ਹੋਰ ਅਗਰ ਡਾਇਰੈਕਟਲੀ ਸਾਡੇ ਕੋਲੋਂ ਕੋਈ ਹੋਰ ਖਰੀਦ ਰਿਹਾ ਹੈ, ਕੋਈ ਕਿਸੇ ਨੂੰ ਜ਼ਰੂਰਤ ਹੈ ਤਾਂ ਉਹ ਸਾਨੂੰ ਅੱਛਾ ਰੇਟ ਦੇ ਸਕਦਾ ਹੈ। ਔਰ ਅਗਰ ਅਸੀਂ ਗਵਰਨਮੈਂਟ ਨੂੰ ਦੇਵਾਂਗੇ ਫਿਕਸ ਰੇਟ ਦੇ ਉੱਤੇ ਤੇ ਸ਼ਾਇਦ ਸਾਨੂੰ ਉਹਨਾਂ ਅੱਛਾ ਰੇਟ ਨਹੀਂ ਇਹ ਗਵਰਨਮੈਂਟ ਦਿੰਦੀ ਪਈ। ਠੀਕ ਹੈ, ਨੈਕਸਟ ਹੈ ਕਿ ਸਟਾਲਿਨ ਜਿਹੜਾ ਹੈ ਕਹਿੰਦੇ ਕਿ ਉਸ ਟਾਈਮ ਤੇ ਵਲਾਦੀਮੀਰ ਲੈਨਿਨ ਦੀ ਜਿਹੜੀ ਡੈਥ ਤੋਂ ਬਾਅਦ ਵਿੱਚ ਹੈੱਡ ਬਣਦੇ ਆ ਪਾਰਟੀ ਦੇ, ਉਹਨਾਂ ਨੇ ਇੱਕ ਕੁਝ ਐਮਰਜੈਂਸੀ ਮੇਜਰਸ ਉਸ ਟਾਈਮ ਤੇ ਚਲਾਏ। ਠੀਕ ਹੈ, ਕੁਝ ਐਮਰਜੈਂਸੀ ਪਾਲਿਸੀਜ਼ ਚਲਾਈਆਂ ਕੰਮ ਕੀਤੇ ਜਿਹੜੇ ਕਿ ਤਾਂ ਕਿ ਜਿਹੜਾ ਇਹ ਹੈਗੀ ਗ੍ਰੇਨ ਦੀ ਸ਼ਾਰਟੇਜ ਸੀਗੀ ਉਹਨੂੰ ਜਿਹੜਾ ਹੈਗਾ ਉਹ ਪੂਰਾ ਕੀਤਾ ਜਾ ਸਕੇ। ਠੀਕ ਹੈ, ਉਹਨਾਂ ਨੂੰ ਕੀ ਲੱਗਦਾ ਹੈਗਾ, ਉਹਨਾਂ ਨੂੰ ਐਵੇਂ ਲੱਗਦਾ ਹੈਗਾ ਕਿ ਜਿਹੜੇ ਜ਼ਿਆਦਾ ਰਿਚ ਫਾਰਮਰਸ ਨੇ, ਰਿਚ ਜਿਹੜੇ ਪੀਜ਼ੈਂਟਸ ਨੇ ਜਾਂ ਟਰੇਡਰਸ ਨੇ, ਉਹਨਾਂ ਨੇ ਕੀ ਕੀਤਾ ਹੋਇਆ ਹੈ ਕਿ ਉਹਨਾਂ ਨੇ ਸਾਰਾ ਜਿਹੜਾ ਕਾਫੀ ਸਾਰਾ ਜਿਹੜਾ ਗ੍ਰੇਨ ਹੈ ਉਹਨੂੰ ਆਪਣੇ ਕੋਲ ਸਟਾਕ ਕੀਤਾ ਹੋਇਆ ਹੈ, ਯਾਨੀ ਕਿ ਉਹਨਾਂ ਨੇ ਆਪਣੇ ਕੋਲ ਛੁਪਾਇਆ ਹੋਇਆ ਹੈ ਤਾਂ ਕਿ ਜਿਹੜਾ ਹੈਗਾ ਹੈ ਉਹ ਗ੍ਰੇਨ ਦੇ ਰੇਟ ਜਿਹੜੇ ਨੇ ਉਹ ਜ਼ਿਆਦਾ ਵੱਧ ਜਾਣ ਦੈਨ ਫਿਰ ਉਹ ਵੇਚਣਗੇ ਔਰ ਜ਼ਿਆਦਾ ਪ੍ਰੋਫਿਟ ਜਿਹੜਾ ਹੈ ਉਹ ਅਰਨ ਕਰ ਸਕਣਗੇ। ਠੀਕ ਹੈ, ਸੋ ਇਸੇ ਸੋਚ ਦੇ ਨਾਲ ਜਿਹੜਾ ਹੈਗਾ ਲੈਨਿਨ ਜਿਹੜੇ ਹੈਗੇ ਉਹਨਾਂ ਨੇ ਮਤਲਬ ਜਿੰਨਾ ਵੀ ਅਨਾਜ ਕਿਸੇ ਟਰੇਡਰ ਕੋਲ ਜਾਂ ਰਿਚ ਜਿਹੜਾ ਹੈਗਾ ਪੀਜ਼ੈਂਟ ਸੀਗਾ ਉਹਦੇ ਕੋਲ ਹੈਗਾ ਉਹਨੂੰ ਸਾਰੇ ਦੇ ਸਾਰੇ ਉਹਨਾਂ ਦੇ ਕੋਲੋਂ ਜਿਹੜਾ ਗ੍ਰੇਨ ਸੀਗਾ ਉਹਨੂੰ ਕੌਨਫਿਸਕੇਟ ਕਰ ਲਿਆ, ਯਾਨੀ ਕਿ ਉਹਨੂੰ ਜ਼ਬਤ ਕਰ ਲਿਆ ਗਿਆ ਔਰ ਉਹਨਾਂ ਨੂੰ ਮਾਰਕੀਟ ਦੇ ਵਿੱਚ ਸਰਕਾਰ ਵੱਲੋਂ ਵੇਚ ਦਿੱਤਾ ਗਿਆ। ਠੀਕ ਹੈ, 1928 ਵਿੱਚ ਪਾਰਟੀ ਮੈਂਬਰਸ ਜਿਹੜੇ ਹੈਗੇ ਉਹਨਾਂ ਨੇ ਜਿਹੜਾ ਗ੍ਰੇਨ ਪ੍ਰੋਡਿਊਸਿੰਗ ਏਰੀਆ ਸੀਗੇ ਉਹਨਾਂ ਤੇ ਉੱਥੇ ਟੂਰ ਕੀਤਾ। ਠੀਕ ਹੈ, ਉੱਥੇ ਉਹਨਾਂ ਨੇ ਇੱਕ ਯਾਤਰਾ ਕੀਤੀ ਔਰ ਉਹਨਾਂ ਨੇ ਨਾਲ ਦੀ ਨਾਲ ਦੇਖਿਆ ਕਿ ਜਿਹੜਾ ਗ੍ਰੇਨ ਕਲੈਕਸ਼ਨ ਦਾ ਕੰਮ ਹੈ ਉਹ ਕਿਵੇਂ ਚੱਲ ਰਿਹਾ ਹੈ। ਠੀਕ ਹੈ, ਔਰ ਕਈ ਸਾਰੇ ਕੁਲਕਸ ਕੌਣ ਸੀਗੇ ਜਿਹੜੇ ਜਿੱਦਾਂ ਰਿਚ ਫਾਰਮਰਸ ਸੀਗੇ, ਧਨੀ ਕਿਸਾਨ ਜਿਹਨੂੰ ਕਹਿ ਦਿੱਤਾ ਜਾਂਦਾ। ਠੀਕ ਹੈ, ਵੱਡੇ ਵੱਡੇ ਜਿਹੜੇ ਲੈਂਡਲੋਰਡਸ ਵੀ ਹੌਲੀ ਹੌਲੀ ਫਿਰ ਤੋਂ ਬਣਨ ਲੱਗ ਪਏ ਸੀਗੇ। ਸੋ ਜਿਹੜੇ ਜ਼ਿਆਦਾ ਵੱਡੇ ਫਾਰਮਰ ਸੀਗੇ ਉਹਨਾਂ ਦੇ ਘਰਾਂ ਦੇ ਰੇਡ ਕੀਤੀ ਤਾਂ ਕਿ ਉਹਨਾਂ ਨੇ ਕਿਸੇ ਤਰੀਕੇ ਨਾਲ ਵੀ ਜਿਹੜਾ ਅਨਾਜ ਹੈ ਉਹਨੂੰ ਆਪਣੇ ਘਰ 'ਚ ਲੁਕਾਇਆ ਨਾ ਹੋਵੇ। ਠੀਕ ਹੈ, ਨੈਕਸਟ ਹੈ ਬੇਟਾ ਬਟ ਇਹ ਸਭ ਕੁਝ ਕਰਨ ਦੇ ਬਾਵਜੂਦ ਵੀ ਜਿਹੜੀ ਸ਼ਾਰਟੇਜ ਹੈ ਜਿਹੜੀ ਅਨਾਜ ਦੀ ਉਹ ਉਸੇ ਤਰ੍ਹਾਂ ਜਾਰੀ ਰਹਿੰਦੀ ਹੈ। ਠੀਕ ਹੈ, ਔਰ ਨੈਕਸਟ ਹੈ ਕਿ 1917 ਤੋਂ ਬਾਅਦ ਕਹਿੰਦੇ ਕਿ ਜਿਹੜਾ ਇਹ ਵਾਲਾ ਹੈਗਾ ਲੈਂਡ ਏਰੀਆ ਹੈਗਾ ਉਹ ਮੋਸਟਲੀ ਕਿਹਨੂੰ ਦੇ ਦਿੱਤਾ ਗਿਆ ਹੈਗਾ, ਉਹ ਕਿਸਾਨਾਂ ਨੂੰ ਦੇ ਦਿੱਤਾ ਗਿਆ ਸੀ ਤਾਂ ਕਿ ਉਹ ਇੱਥੇ ਖੇਤੀ ਕਰ ਸਕਣ। ਠੀਕ ਹੈ, ਔਰ ਇਸ ਟਾਈਮ ਤੇ ਜਦੋਂ ਕਿ ਇਹਨਾਂ ਅਕਿਊਟ ਫੇਮਾਈਨ ਸ਼ਾਰਟੇਜ ਸੀਗੀ, ਠੀਕ ਹੈ, ਗ੍ਰੇਨ ਦੀ ਔਰ ਇੱਕ ਤਰੀਕੇ ਦੇ ਫੇਮਾਈਨ ਵਰਗੇ ਕੰਡੀਸ਼ਨਸ ਬਣ ਰਹੀਆਂ ਹੈਗੀਆਂ। ਸੋ ਇਸ ਟਾਈਮ ਤੇ ਇਹ ਸੋਚਿਆ ਗਿਆ ਕਿ ਸ਼ਾਇਦ ਇਹ ਜਿਹੜੇ ਸਮਾਲ ਸਾਈਜ਼ ਜਿਹੜੇ ਹੈਗੇ ਲੈਂਡ ਏਰੀਆ ਕਿ ਹਰ ਇੱਕ ਕਿਸਾਨ ਕੋ ਥੋੜਾ ਥੋੜਾ ਏਰੀਆ ਦਿੱਤਾ ਗਿਆ ਹੈ ਖੇਤੀ ਕਰਨ ਦੇ ਲਈ, ਸ਼ਾਇਦ ਇਹ ਇੱਕ ਮੇਜਰ ਰੀਜਨ ਹੈ
ਕਿ ਉਹਨਾਂ ਕੋਲ ਉਨੀ ਜ਼ਿਆਦਾ ਪ੍ਰੋਡਕਸ਼ਨ ਜਿਹੜੀ ਹੈ ਇਹਨਾਂ ਖੇਤਾਂ ਵਿੱਚ ਨਹੀਂ ਕੀਤੀ ਜਾ ਰਹੀ, ਕਿਉਂਕਿ ਉਹਨਾਂ ਕੋਲ ਉਨੀ ਜ਼ਿਆਦਾ ਨਾ ਤਾਂ ਉਹਨਾਂ ਕੋਲ ਅੱਛੇ ਜ਼ਿਆਦਾ ਇੰਪਲੀਮੈਂਟਸ ਨੇ, ਨਾ ਉਹ ਇੰਨੀ ਅੱਛੀ ਤਰ੍ਹਾਂ ਜਿਹੜੀ ਫਸਲਾਂ ਉਹਨਾਂ ਦੀ ਕੇਅਰ ਨਹੀਂ ਕਰ ਪਾ ਰਹੇ। ਸੋ ਇਸ ਲਈ ਜਿਹੜੀ ਪ੍ਰੋਡਕਸ਼ਨ ਹੈ ਉਹ ਘੱਟ ਹੋ ਰਹੀ ਹੈ, ਠੀਕ ਹੈ। ਔਰ ਜਿਹੜੇ ਸਮॉल ਸਾਈਜ਼ਡ ਜਿਹੜੇ ਪੀਜ਼ੈਂਟਸ ਨੇ ਜਿਨ੍ਹਾਂ ਦੇ ਕੋਲ ਛੋਟੇ ਛੋਟੇ ਫਾਰਮਸ ਨੇ, ਉਹਨਾਂ ਦੇ ਲਈ ਇਹ ਜ਼ਿਆਦਾ ਪੋਸੀਬਲ ਨਹੀਂ ਹੈ ਕਿ ਆਪਣੇ ਫਾਰਮਸ ਦੀ ਜਿਹੜੀ ਐਗਰੀਕਲਚਰ ਹੈ, ਖੇਤੀ ਹੈ, ਉਹਨੂੰ ਜ਼ਿਆਦਾ ਮਾਡਰਨਾਈਜ਼ਡ ਕਰ ਸਕਣ। ਸੋ ਉਹਦਾ ਇੱਕ ਕਿਤੇ ਨਾ ਕਿਤੇ ਕਾਰਨ ਇਹ ਵੀ ਹੈਗਾ ਕਿ ਜਿਹੜੇ ਸਮॉल ਫਾਰਮਰਸ ਨੇ ਉਹਨਾਂ ਕੋਲ ਇੰਨੇ ਜ਼ਿਆਦਾ ਇਕਨੋਮਿਕਲੀ ਇੰਨੇ ਸੋਰਸਸ ਨਹੀਂ ਹੈ, ਠੀਕ ਹੈ, ਕਿ ਉਹ ਇੱਕ ਸਪੋਜ਼ ਕਰੋ ਜਿਵੇਂ ਮਸ਼ੀਨਰੀ ਹੈ, ਟਰੈਕਟਰ ਖਰੀਦ ਸਕਣ ਜਾਂ ਅੱਛੇ ਜਿਹੜੀਆਂ ਨੇ ਉਹ ਵਾਟਰ ਫੈਸਿਲਿਟੀਜ਼ ਅਵੇਲੇਬਲ ਉਹਨਾਂ ਨੂੰ ਹੋ ਸਕਣ। ਸੋ ਉਹਨਾਂ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹ ਜ਼ਿਆਦਾ ਮਾਡਰਨਾਈਜ਼ਡ ਜਿਹੜਾ ਹੈ ਆਪਣੇ ਖੇਤਾਂ ਨੂੰ ਬਣਾ ਸਕਣ ਜਾਂ ਖੇਤੀ ਨੂੰ ਆਪਣੀ ਨੂੰ ਜ਼ਿਆਦਾ ਅੱਛਾ ਜਿਹੜਾ ਹੈ ਕਰਕੇ ਔਰ ਪ੍ਰੋਡਕਸ਼ਨ ਨੂੰ ਵਧਾ ਸਕਣ, ਠੀਕ ਹੈ। ਸੋ ਇਸੇ ਪਰਪਸ ਦੇ ਨਾਲ ਉਹਨਾਂ ਨੇ ਜਿਹੜੇ ਮਾਡਰਨ ਫਾਰਮਸ ਬਣਾਉਣ ਦੇ ਲਈ ਔਰ ਇਹਨਾਂ ਨੂੰ ਇੰਡਸਟਰੀਅਲ ਲਾਈਨਸ ਦੇ ਨਾਲ ਲੈ ਕੇ ਜਾਣ ਦੇ ਲਈ, ਇੰਡਸਟਰੀਅਲ ਲਾਈਨਸ ਨਾਲ ਲੈ ਕੇ ਜਾਣ ਦਾ ਮਤਲਬ ਕੀ ਹੈ ਕਿ ਜਿਹੜੇ ਵੀ ਰॉ ਮਟੀਰੀਅਲ ਦੀ ਫੈਕਟਰੀ ਦੇ ਵਿੱਚ ਲੋੜ ਹੈ ਉਸੇ ਨੂੰ ਪ੍ਰੋਡਿਊਸ ਕੀਤਾ ਜਾਣਾ, ਠੀਕ ਹੈ। ਇਹਨਾਂ ਸਾਰੇ ਪਰਪਸ ਨੂੰ ਲੈ ਕੇ ਕਿ ਜਿਹੜੇ ਮਾਡਰਨ ਫਾਰਮਸ ਬਣਾਏ ਜਾਣਗੇ, ਅੱਛੀ ਮਸ਼ੀਨਰੀ ਜਿਹੜੀ ਉਹ ਅਵੇਲੇਬਲ ਕਰਵਾਈ ਜਾਏਗੀ ਔਰ ਇੰਡਸਟਰੀ ਲਾਈਨਸ ਦੇ ਨਾਲ ਜਿਹੜਾ ਹੈ ਉਹ ਸਾਰੇ ਦਾ ਸਾਰਾ ਜਿਹੜਾ ਹੈ ਉਹ ਐਗਰੀਕਲਚਰ ਨੂੰ ਲੈ ਕੇ ਜਾਇਆ ਜਾਏਗਾ। ਇਹਦੇ ਲਈ ਉਹਨਾਂ ਨੇ ਕੀ ਕੀਤਾ ਕਿ ਇਹਦੇ ਲਈ ਜਿਹੜੇ ਕੁਲਕਸ ਨੇ, ਠੀਕ ਹੈ, ਜਿਹੜੇ ਰਿਚ ਫਾਰਮਰਸ ਨੇ, ਉਹਨਾਂ ਨੂੰ ਵੀ ਉਹਨਾਂ ਦੇ ਕੋਲੋਂ ਵੀ ਖੇਤ ਲੈਣ ਦੇ ਲਈ ਉਹਨਾਂ ਨੇ ਕੀ ਕੀਤਾ ਕਿ ਗਵਰਨਮੈਂਟ ਨੇ ਇੱਕ ਪਾਲਿਸੀ ਚਲਾਈ ਜਿਹਦੇ ਅੰਡਰ ਉਹਨਾਂ ਨੇ ਕਲੈਕਟਿਵਾਈਜ਼ ਕਰ ਲਿਆ ਸਾਰੇ ਦੇ ਸਾਰੇ ਖੇਤਾਂ ਨੂੰ। ਕਲੈਕਟਿਵਾਈਜ਼ ਕਰਨਾ ਮਤਲਬ ਇਕੱਠਾ ਕਰ ਦੇਣਾ ਔਰ ਇਹਦੀ ਓਨਰਸ਼ਿਪ ਕਿਹਦੇ ਕੋਲ ਚਲੇਗੀ? ਗਵਰਨਮੈਂਟ ਦੇ ਕੋਲ ਚਲੇਗੀ। ਹੁਣ ਕੋਈ ਕਿਸਾਨ ਕਿਸੇ ਵੀ ਖੇਤ ਦਾ ਮਾਲਕ ਨਹੀਂ ਹੈਗਾ, ਸਾਰੇ ਖੇਤ ਜਿਹੜੇ ਇਕੱਠੇ ਕਰ ਦਿੱਤੇ ਗਏ, ਠੀਕ ਹੈ। ਔਰ ਇਹਨਾਂ ਤੇ ਖੇਤੀ ਕੌਣ ਕਰੇਗਾ? ਖੇਤੀ ਕਿਸਾਨ ਕਰਨਗੇ, ਬਟ ਉਹਨਾਂ ਦਾ ਮਾਲਕ ਕੌਣ ਹੋਏਗਾ? ਉਹਨਾਂ ਦਾ ਮਾਲਕ ਜਿਹੜੀ ਉਹ ਗਵਰਨਮੈਂਟ ਹੋਏਗੀ। ਜਿੰਨੀ ਵੀ ਪ੍ਰੋਡਕਸ਼ਨ ਹੋਏਗੀ ਉਹ ਗਵਰਨਮੈਂਟ ਦੀ ਹੋਏਗੀ ਔਰ ਉਹਦੇ ਤੋਂ ਜਿੰਨੀ ਵੀ ਕਮਾਈ ਕੀਤੀ, ਜਿੰਨਾ ਵੀ ਪੈਸਾ ਕਮਾਇਆ ਜਾਂਦਾ ਹੋਏ ਉਸ ਪ੍ਰੋਡਕਸ਼ਨ ਤੋਂ, ਉਹ ਸਾਰੇ ਦੇ ਸਾਰੇ ਜਿਹੜੇ ਮਜ਼ਦੂਰ ਉੱਥੇ ਕੰਮ ਕਰਨਗੇ, ਜਿਹੜੇ ਕਿਸਾਨ ਹੁਣ ਮਜ਼ਦੂਰ ਬਣ ਗਏ ਸੀਗੇ, ਉਹਨਾਂ ਵਿੱਚ ਡਿਸਟ੍ਰੀਬਿਊਟ ਕਰ ਦਿੱਤਾ ਜਾਏਗਾ, ਠੀਕ ਹੈ। ਉਹਨਾਂ ਦੇ ਕੰਮ ਦੇ ਅਕੋਰਡਿੰਗ, ਉਹਨਾਂ ਦੇ ਪਾਰਟ ਦੇ ਅਕੋਰਡਿੰਗ ਉਹਨਾਂ ਨੂੰ ਉਹਨਾਂ ਦਾ ਸ਼ੇਅਰ ਦੇ ਦਿੱਤਾ ਜਾਏਗਾ। ਸੋ ਇਹ ਵਾਲੀ ਪਾਲਿਸੀ ਜਿਹੜੀ ਸਟਾਲਿਨ ਨੇ ਚਲਾਈ, ਇਹਨੂੰ ਕਲੈਕਟਿਵਾਈਜੇਸ਼ਨ ਕਿਹਾ ਗਿਆ, ਠੀਕ ਹੈ। 1929 ਦੇ ਵਿੱਚ ਕਹਿੰਦੇ ਕਿ ਜਿਹੜਾ ਸੀਗੇ ਪੀਜ਼ੈਂਟਸ ਸੀਗੇ, ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਮਤਲਬ ਤੁਸੀਂ ਆਪਣੇ ਖੇਤ ਵਾਪਸ ਕਰ ਦਿਓ, ਠੀਕ ਹੈ। ਔਰ ਜਿਹੜੇ ਸਾਰੇ ਪੀਜ਼ੈਂਟਸ ਸੀਗੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਕਲੈਕਟਿਵ ਫਾਰਮਸ, ਜਿਨ੍ਹਾਂ ਨੂੰ ਰਸ਼ੀਅਨ ਲੈਂਗੁਏਜ ਵਿੱਚ ਕੋਲਖੋਜ਼ ਕਹਿੰਦੇ ਨੇ, ਠੀਕ ਹੈ, ਕੋਲਖੋਜ਼ ਜਿਹੜੇ ਕਲੈਕਟਿਵ ਫਾਰਮ ਸੀਗੇ, ਜਾਣੀ ਕਿ ਜਿਹੜੇ ਸਰਕਾਰ ਨੇ ਸਾਰੇ ਕਿਸਾਨਾਂ ਕੋਲੋਂ ਲੈਂਡ ਏਰੀਆ ਲੈ ਕੇ ਆਪਣੇ ਖੇਤ ਬਣਾ ਲਏ ਸੀਗੇ, ਠੀਕ ਹੈ। ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਉਹ ਸਾਰੇ ਗਵਰਨਮੈਂਟ ਦੇ ਅੰਡਰ ਆ ਗਏ ਸੀਗੇ, ਓਨਰਸ਼ਿਪ ਦੇ ਅੰਡਰ। ਸੋ ਉਹਨਾਂ ਤੇ ਪੀਜ਼ੈਂਟਸ ਨੂੰ ਕੰਮ ਕਰਨ ਦੇ ਲਈ ਜਿਹੜਾ ਹੈਗਾ ਉਹ ਫੋਰਸ ਕੀਤਾ ਗਿਆ ਕਿ ਤੁਸੀਂ ਇਹਨਾਂ ਖੇਤਾਂ ਤੇ ਕੰਮ ਕਰੋ, ਠੀਕ ਹੈ। ਔਰ ਨੈਕਸਟ ਹੈ ਬੇਟਾ ਕਿ ਜਿਹੜੇ ਪੀਜ਼ੈਂਟਸ ਸੀਗੇ, ਜਿਹੜੇ ਕਿਸਾਨ ਸੀ ਜਿਨ੍ਹਾਂ ਨੇ ਉਹਨਾਂ ਤੇ ਕੰਮ ਕਰਨ ਤੋਂ ਮਨਾ ਕਰ ਦਿੱਤਾ, ਉਹਨਾਂ ਨੂੰ ਕਾਫੀ ਜ਼ਿਆਦਾ ਸਜ਼ਾ ਵਗੈਰਾ ਵੀ ਇਹਦੇ ਵਾਸਤੇ ਦਿੱਤੀ ਗਈ, ਠੀਕ ਹੈ। ਬਹੁਤ ਸਾਰਾ ਲੈਂਡ ਜਾਂ ਉਹਨਾਂ ਦੇ ਇੰਪਲੀਮੈਂਟਸ ਜਿਹੜੇ ਸੀਗੇ ਕਿਸਾਨਾਂ ਦੇ, ਉਹ ਸਾਰੇ ਇਹਨੂੰ ਟ੍ਰਾਂਸਫਰ ਕਰ ਦਿੱਤੇ ਗਏ ਕਲੈਕਟਿਵ ਫਾਰਮਸ ਨੂੰ, ਠੀਕ ਹੈ, ਜਿਹੜੇ ਗਵਰਨਮੈਂਟ ਦੇ ਫਾਰਮਸ ਬਣ ਚੁੱਕੇ ਸੀਗੇ। ਔਰ ਜਿਹੜੇ ਪੀਜ਼ੈਂਟਸ ਸੀਗੇ ਉਹ ਕੰਮ ਕਰਦੇ ਸੀਗੇ ਇਹਨਾਂ ਖੇਤਾਂ ਦੇ ਉੱਤੇ, ਠੀਕ ਹੈ। ਔਰ ਜਿਹੜਾ ਪ੍ਰੋਫਿਟ ਸੀਗਾ ਉਹ ਸ਼ੇਅਰ ਕੀਤਾ ਜਾਂਦਾ ਸੀਗਾ ਉਹਨਾਂ ਦੇ ਨਾਲ। ਇਸੇ ਕਈ ਕਿਸਾਨ ਜਿਹੜੇ ਕਾਫੀ ਜ਼ਿਆਦਾ ਉਹਨਾਂ ਨੂੰ ਇਸ ਪਾਲਿਸੀ ਤੇ ਗੁੱਸਾ ਆਇਆ, ਉਹਨਾਂ ਨੂੰ ਪਸੰਦ ਨਹੀਂ ਆਈ ਇਹ ਪਾਲਿਸੀ, ਔਰ ਉਹਨਾਂ ਨੇ ਇਹਦਾ ਵਿਰੋਧ ਕੀਤਾ, ਠੀਕ ਹੈ। ਔਰ ਇਹਦਾ ਵਿਰੋਧ ਕਰਨ ਦਾ ਇੱਕ ਉਹਨਾਂ ਨੇ ਅਨੋਖਾ ਤਰੀਕਾ ਲੱਭਿਆ ਕਿ ਉਹਨਾਂ ਨੇ ਜਿਹੜਾ ਇਹਨਾਂ ਦਾ ਲਾਈਵ ਸਟਾਕ ਸੀਗਾ, ਯਾਨੀ ਕਿ ਜਿੱਦਾਂ ਆਪਣੇ ਵੀ ਇੱਥੇ ਲੋਕੀ ਖੇਤੀ ਦੇ ਨਾਲ ਪਸ਼ੂ ਪਾਲਦੇ ਆ, ਇਸੇ ਤਰੀਕੇ ਨਾਲ ਜਿਹੜਾ ਉਹਨਾਂ ਦੇ ਕੋਲ ਵੀ ਲਾਈਵ ਸਟਾਕ ਸੀਗਾ, ਜਿਹੜੇ ਉਹਨਾਂ ਕੋਲ ਪਸ਼ੂ ਸੀਗੇ, ਉਹਨਾਂ ਦੇ ਨਾਲ ਕੈਟਲਸ ਹੋਣਗੀਆਂ, ਕਾਊਜ਼ ਹੋਣਗੀਆਂ, ਠੀਕ ਹੈ। ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਖਤਮ ਕਰ ਦਿੱਤਾ, ਯਾਨੀ ਕਿ ਪਸ਼ੂ ਜਿਹੜੇ ਸੀ ਉਹ ਮਾਰ ਦਿੱਤੇ ਗਏ ਸਮਝ ਲਓ, ਜਾਂ ਉਹਨਾਂ ਨੂੰ ਚਾਰਾ ਨਹੀਂ ਮਿਲਿਆ ਤਾਂ ਮਰ ਗਏ, ਜਿਵੇਂ ਵੀ, ਠੀਕ ਹੈ। ਸੋ ਕਹਿੰਦੇ ਕਿ 1929 ਤੋਂ 31 ਜਿਹੜਾ ਸੀਗਾ ਉਹ ਜਿਹੜਾ ਲਾਈਵ ਸਟਾਕ ਸੀਗਾ ਉਹ ਆਲਮੋਸਟ ਜਿਹੜਾ ਹੈਗਾ ਉਹ 1/3 ਰਹਿ ਗਿਆ ਹੈਗਾ, ਯਾਨੀ ਕਿ 2 ਹਿੱਸੇ ਜਿਹੜਾ ਹੈਗਾ ਉਹ ਲਾਈਵ ਸਟਾਕ ਖਤਮ ਹੋ ਚੁੱਕਾ ਹੈਗਾ, ਠੀਕ ਹੈ। ਇਹਦੇ ਨਾਲ ਹੀ ਜਿਹੜਾ ਕਲੈਕਟਿਵਾਈਜੇਸ਼ਨ ਨੂੰ ਜਿਹੜੇ ਰੈਸਿਸਟ ਕਰਦੇ ਸੀ, ਯਾਨੀ ਕਿ ਜਿਹੜਾ ਉਹਦਾ ਵਿਰੋਧ ਕਰਦੇ ਸੀਗੇ, ਉਹਨਾਂ ਨੂੰ ਕਾਫੀ ਜ਼ਿਆਦਾ ਸਜ਼ਾ ਦਿੱਤੀ ਗਈ ਗਵਰਨਮੈਂਟ ਵੱਲੋਂ। ਕੁਛ ਨੂੰ ਜਿਹੜਾ ਡਿਪੋਰਟ ਕਰ ਦਿੱਤਾ ਗਿਆ, ਐਗਜ਼ਾਈਲ ਕਰ ਦਿੱਤਾ ਗਿਆ, ਠੀਕ ਹੈ। ਇਹਦੇ ਨਾਲ ਹੀ ਜਿਹੜਾ ਹੈਗਾ ਕਲੈਕਟਿਵਾਈਜੇਸ਼ਨ ਨੂੰ ਜਿਹੜੇ ਰੈਸਿਸਟ ਕਰਨ ਵਾਲੇ ਸੀਗੇ ਪੀਜ਼ੈਂਟਸ ਸੀਗੇ, ਉਹ ਮਤਲਬ ਇਹ ਗਵਰਨਮੈਂਟ ਨੂੰ ਕਹਿੰਦੇ ਸੀਗੇ ਕਿ ਉਹ ਸੋਸ਼ਲਿਜ਼ਮ ਦੇ ਅਗੇਂਸਟ ਨਹੀਂ ਹੈ,
ਠੀਕ ਹੈ। ਬਟ ਉਹ ਕੁਝ ਕਾਰਨਾਂ ਕਰਕੇ ਆਪਣੀ ਜਿਹੜੀ ਖੇਤ ਵਾ ਉਹ ਤੇ ਖੁਦ ਖੇਤੀ ਕਰਨਾ ਚਾਹੁੰਦੇ, ਉਹ ਕਲੈਕਟਿਵ ਫਾਰਮਸ ਦੇ ਉੱਤੇ ਖੇਤੀ ਨਹੀਂ ਕਰਨਾ ਚਾਹੁੰਦੇ, ਠੀਕ ਹੈ। ਲੇਕਿਨ ਸਟਾਲਿਨ ਦੀ ਜਿਹੜੀ ਗਵਰਨਮੈਂਟ ਸੀਗੀ ਉਹਨਾਂ ਨੇ ਇਹ ਰੀਜ਼ਨਸ ਨੂੰ ਨਹੀਂ ਮੰਨਿਆ, ਬਟ ਇੱਕ ਛੋਟਾ ਜਿਹਾ ਹਿੱਸਾ ਸੀਗਾ ਜਿੱਥੇ ਕੁਝ ਜਿਹੜੇ ਇੰਡੀਪੈਂਡੈਂਟ ਕਲਟੀਵੇਟਰ ਸੀਗੇ ਉਹਨਾਂ ਨੂੰ ਰਹਿਣ ਦਿੱਤਾ ਗਿਆ, ਬਟ ਉਹਨਾਂ ਕਲਟੀਵੇਟਰਸ ਦੇ ਨਾਲ ਕਾਫੀ ਜ਼ਿਆਦਾ ਅਨਸਿੰਪਥੈਟਿਕਲੀ ਜਿਹੜਾ ਹੈਗਾ ਉਹ ਬਿਹੇਵ ਕੀਤਾ ਜਾਂਦਾ ਹੈਗਾ, ਬੜਾ ਸਟ੍ਰਿਕਟਲੀ ਉਹਨਾਂ ਨਾਲ ਬਿਹੇਵ ਕੀਤਾ ਜਾਂਦਾ ਹੈਗਾ। ਨੈਕਸਟ ਹੈ ਕਿ ਕਹਿੰਦੇ ਕਿ ਕਲੈਕਟਿਵਾਈਜੇਸ਼ਨ ਦੇ ਬਾਵਜੂਦ ਵੀ ਜਿਹੜਾ ਕਿਸੇ ਵੀ ਤਰੀਕੇ ਦਾ ਜਿਹੜਾ ਪ੍ਰੋਡਕਸ਼ਨ ਦੇ ਵਿੱਚ ਇਨਕਰੀਜ਼ ਨਹੀਂ ਹੁੰਦਾ, ਖੇਤੀ ਦੀ ਪ੍ਰੋਡਕਸ਼ਨ ਨਹੀਂ ਵੱਧਦੀ, ਠੀਕ ਹੈ। ਔਰ ਇਹਦੇ ਨਾਲ ਹੀ 1930 to 33 ਤੱਕ ਜਿਹੜਾ ਹੈ ਉਹ ਕਾਫੀ ਬੁਰੇ ਮਤਲਬ ਫਸਲ ਜਿਹੜੀ ਬਹੁਤ ਖਰਾਬ ਹੁੰਦੀ ਹੈ, ਔਰ ਜਿਹਦਾ ਕਰਕੇ ਇਹ ਕਿ ਇੱਕ ਬੜਾ ਵੱਡਾ ਫੇਮਾਈਨ ਆਉਂਦਾ ਹੈ, ਕਾਲ ਪੈ ਜਾਂਦਾ ਹੈ ਇੱਥੇ ਰਸ਼ੀਆ ਦੇ ਵਿੱਚ, ਔਰ ਆਲਮੋਸਟ 4 ਮਿਲੀਅਨ ਲੋਕ ਯਾਨੀ ਕਿ 40 ਲੱਖ ਲੋਕ ਜਿਹੜੇ ਨੇ ਉਹ ਇਸ ਫੇਮਾਈਨ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ, ਠੀਕ ਹੈ। ਔਰ ਜਿਹਦਾ ਮੇਜਰ ਰੀਜ਼ਨ ਕੀ ਮੰਨਿਆ ਗਿਆ, ਸਟਾਲਿਨ ਦੀ ਕਲੈਕਟਿਵਾਈਜੇਸ਼ਨ ਦੀ ਪਾਲਿਸੀ, ਜਿਹਦਾ ਕਰਕੇ ਕਿ ਪ੍ਰੋਡਕਸ਼ਨ ਜਿਹੜੀ ਹੈ ਉਹ ਕਾਫੀ ਹੋਰ ਘਟ ਗਈ, ਠੀਕ ਹੈ। ਥੈਂਕ ਯੂ।